जी मैनू ना स्कूटर चलाने का बड़ा शौक होंदा जी ते स्कूटर तो मैं लै नहीं सकिया क्योंकि मेरी हालत ही बड़ी माड़ी सी तो वो शौक ही मैनू बस इस पासे लै बैठा। कई लोग मेरा मजाक भी उड़ाते हैं कि सरदार का खरे दिमाग खराब आ। स्कूटर की ख्वाहिश तो मेरी विचे रह गई पर मेरा ये बूटे लगाने वाल ध्यान रुझान जो वध गया। ਜਿਹੜੀਆਂ ਕੋਸ਼ਿਸ਼ਾਂ ਇਨਸਾਨ ਕਰਦਾ ਹੈ, ਕੋਸ਼ਿਸ਼ਾਂ ਬਹੁਤ ਵੱਡੇ ਪੱਧਰ ਦੇ ਉੱਤੇ ਅਸੀਂ ਸ਼ੁਰੂਆਤ ਕਰ ਲੈਂਦੇ ਹਾਂ ਪਰ ਰਾਹ ਦੇ ਵਿੱਚ ਆ ਕੇ ਅਟਕਲਾਂ ਬਣਦੀਆਂ ਨੇ। सर जी ये तो बड़ी जिम्मेवारी ना काम निभाना पैंदा जी। ये तो जिद्दां आपां अपने बच्चों को पालते हैं इदां इन्हां दी भी देख रेख करनी पैंदी आ। थोड़ी जी मेहनत बहुत बड़ा फल दिंदी आ। अगे साडी जनसंख्या नूं सुख दा साह मिलेगा, वातावरण साफ होएगा, आन जाने भी छावें खड़े हो जाते कई बारी देख के बड़ी मन नूं शांति मिलती कि मेरी मेहनत जिहड़ी आ किसे दे काम ते आई। पहला जो नवे नवे बूटे लाए ना तो कई लोग तोड़ जाते कई पुट के लै जाते पर मैं अपने मन को समझाया कि ये अभियान जो ना शुरू रखना है। 2006 तो शुरू किया मैं तो अज काफ़ी साल हो गए, 15-16 साल हो गए मैनू, पर यह कि मैं पिछे नहीं मुड़िया। मैं रूटीन के नाल पानी पाना, देखना, देखभाल करनी, आप भावें भुखा रह जावां पर इन्हां नूं पानी जरूर पाईदा। मैं तो बड़ी बड़ी गौरमेंट के अगे हथ जोड़ के बेनती की कि मेरी कोई हैल्प की जाए पर गौरमेंट ने मेरी आर्थिक मदद कोई नहीं की। राह जाता कोई 150 दे गया नहीं तो भी आप कही भाई आप तो सेवा ही करी दी है। इतने तुम सारे बाजार वाले को पूछ सकते हो, कूड़े के बड़े बड़े ढेर है जोड़े मैं पतले कर देते हैं। अज कूड़ा नहीं नज़र आऊगा, तुहानूं हर जगह सफाई नज़र आएगी। सर जी अनगिनत बूटे लाए, मैं गिन मिन के नहीं काम करता क्योंकि खुली सेवा लाई है जी। जिन्नी दूर तक ला सकां जब तक हिम्मत हैगी है लांदे रहना जी। ਵਾਤਾਵਰਨ ਨੂੰ ਬਚਾਉਣ ਦੀਆਂ ਗੱਲਾਂ ਤਾਂ ਬਹੁਤ ਕੀਤੀਆਂ ਜਾਂਦੀਆਂ ਨੇ। ਵਾਤਾਵਰਨ ਨੂੰ ਬਚਾਉਣ ਦੇ ਲਈ ਪੌਦੇ ਲਗਾਓ ਕਿਹਾ ਜਾਂਦਾ ਹੈ। ਪੌਦੇ ਲਗਾ ਕੇ ਉਹਨਾਂ ਦੀ ਸਾਂਭ ਸੰਭਾਲ ਕਰਨੀ ਇੱਕ ਬਹੁਤ ਵੱਡਾ ਫਰਜ਼ ਹੈ ਜਿਹੜੇ ਨਿਭਾਉਣ ਦੇ ਵਿੱਚ, ਜਿਸ ਨੂੰ ਨਿਭਾਉਣ ਦੇ ਵਿੱਚ ਕਿਤੇ ਨਾ ਕਿਤੇ ਕਤਾਈ ਅਸੀਂ ਜ਼ਰੂਰ ਵਰਤ ਲੈਂਦੇ ਹਾਂ। TVNRI ਦੇ ਨਾਲ ਜੁੜ ਚੁੱਕੇ ਹੋ, ਪਿਆਰ ਭਰੀ ਸਤਿ ਸ੍ਰੀ ਅਕਾਲ। ਮੈਂ ਹਾਂ ਸੁਖਬੀਰ ਸਿੰਘ ਸ਼ਿਰਗਿੱਲ। ਲਗਾਤਾਰ ਕੁਝ ਅਜਿਹੇ ਚਿਹਰਿਆਂ ਦੇ ਨਾਲ ਤੁਹਾਨੂੰ ਮੁਖਾਤਿਬ ਕਰਵਾਉਂਦੇ ਰਹਿੰਦੇ ਹਾਂ ਜਿਨ੍ਹਾਂ ਦੇ ਵੱਲੋਂ ਸਮਾਜ ਦੇ ਵਿੱਚ ਕੁਝ ਅਜਿਹੀਆਂ ਕਾਰਗੁਜ਼ਾਰੀਆਂ ਕੀਤੀਆਂ ਜਾਂਦੀਆਂ ਨੇ ਜਿਹੜੀਆਂ ਉਹਨਾਂ ਦੀ ਸ਼ਖਸੀਅਤ ਨੂੰ ਖਾਸ ਬਣਾ ਦਿੰਦੀਆਂ ਨੇ। ਤੇ ਖਾਸ ਸ਼ਖਸੀਅਤਾਂ ਉਹੀ ਹੁੰਦੀਆਂ ਨੇ ਜਿਨ੍ਹਾਂ ਦੇ ਵੱਲੋਂ ਸਮਾਜ ਨੂੰ ਕੋਈ ਦੇਣ ਦਿੱਤੀ ਜਾਂਦੀ ਹੈ ਜਾਂ ਸਮਾਜ ਦੇ ਲਈ ਕੁਝ ਅਜਿਹੇ ਹਾਂ ਪੱਖੀ ਕੰਮ ਕੀਤੇ ਜਾਂਦੇ ਨੇ ਜਿਹਦੇ ਨਾਲ ਸਮਾਜ ਦਾ ਭਾਰ ਉਤਾਰਾ ਹੋ ਸਕੇ। ਦਰਖਤ ਲਾਉਣ ਦੀ ਗੱਲ ਮੈਂ ਸ਼ੁਰੂਆਤ ਦੇ ਵਿੱਚ ਕੀਤੀ ਸੀ, ਉਹ ਤਾਂ ਕੀਤੀ ਸੀ ਕਿਉਂਕਿ ਗਰਮੀ ਦਾ ਮਿਆਰ ਲਗਾਤਾਰ ਵੱਧ ਰਿਹਾ ਹੈ। CM ਭਗਵੰਤ ਮਾਨ ਹੋਰਾਂ ਦੇ ਵੱਲੋਂ ਵੀ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਨੇ ਤੇ ਹੋਰ ਵੀ ਬਹੁਤ ਸਾਰੇ ਸਮਾਜ ਸੇਵੀ ਜਿਨ੍ਹਾਂ ਦੇ ਵੱਲੋਂ ਕਿਹਾ ਜਾਂਦਾ ਹੈ ਕਿ ਦਰਖਤ ਲਗਾਏ ਜਾਣ। ਜਲੰਧਰ ਦੇ ਵਿੱਚ ਮੌਜੂਦ ਹਾਂ, ਰੇਲਵੇ ਸਟੇਸ਼ਨ ਦੇ ਬਿਲਕੁਲ ਨਾਲ ਲੱਗਦਾ ਇਲਾਕਾ ਹੈ ਜਿੱਥੇ ਅਸੀਂ ਇਸ ਵਕਤ ਮੌਜੂਦ ਹਾਂ ਤੇ ਪਿੱਛੇ ਮੇਰੇ ਫੁਲਵਾੜੀ ਵੇਖ ਸਕਦੇ ਹੋ ਕਿ ਇਸ ਤਰੀਕੇ ਦੇ ਨਾਲ ਦਰਖਤਾਂ ਦੀ ਸਾਂਭ ਸੰਭਾਲ ਵੀ ਕੀਤੀ ਹੋਈ ਹੈ। ਇਹ ਕਿਹਨਾਂ ਦੇ ਵੱਲੋਂ ਕੀਤੀ ਗਈ ਹੈ, ਕੌਣ ਇਹਨਾਂ ਦਰਖਤਾਂ ਨੂੰ ਸੰਭਾਲਦਾ, ਕਿਉਂਕਿ ਲਗਾ ਕੇ ਦਰਖਤ ਉਹਨੂੰ ਭੁੱਲ ਜਾਣਾ ਜਾਂ ਫਿਰ ਫੋਟੋਆਂ ਕੱਲੀਆਂ ਖਿਚਾ ਲੈਣੀਆਂ ਇਹ ਬਹੁਤ ਵੱਡੇ ਪੱਧਰ ਦੇ ਉੱਤੇ ਅਸੀਂ ਵੇਖਦੇ ਹਾਂ, ਆਮ ਤੌਰ ਦੇ ਉੱਤੇ ਸੋਸ਼ਲ ਮੀਡੀਆ ਦੇ ਉੱਤੇ ਵੇਖਦੇ ਹਾਂ। ਪਰ ਜਿਸ ਸ਼ਖਸ ਦੇ ਨਾਲ ਤੁਹਾਨੂੰ ਅੱਜ ਮੁਖਾਤਬ ਕਰਵਾਉਣ ਲੱਗੇ ਹਾਂ, ਮਿਲਵਾਉਣ ਲੱਗੇ ਹਾਂ, ਇਹਨਾਂ ਦੇ ਨਾਲ ਗੱਲਬਾਤ ਸੁਣ ਕੇ, ਇਹਨਾਂ ਦੇ ਬਾਰੇ ਜਾਣ ਕੇ ਤੁਸੀਂ ਜ਼ਰੂਰ ਹੈਰਾਨ ਹੋਵੋਗੇ ਕਿ ਇੱਕ ਵਿਅਕਤੀ ਦੇ ਵੱਲੋਂ ਆਪਣੇ ਕੰਮਕਾਜ ਦੇ ਵਿੱਚੋਂ ਇੰਨਾ ਖਾਸ ਸਮਾਂ ਕੱਢਿਆ ਜਾਂਦਾ ਹੈ, ਖਾਸ ਤਰੀਕੇ ਨਾਲ ਕੱਢਿਆ ਜਾਂਦਾ ਹੈ ਤੇ ਕਿਉਂ ਕੱਢਿਆ ਜਾਂਦਾ, ਕੀ ਵਜ੍ਹਾ ਪਿੱਛੇ, ਕਦੋਂ ਇਹਨਾਂ ਦੀ ਸ਼ੁਰੂਆਤ ਹੋਈ ਹੈ, ਇਹ ਸਾਰੇ ਬਾਰੇ ਜਾਣਕਾਰੀ ਲਵਾਂਗੇ। ਮੇਰੇ ਨਾਲ ਨੇ ਰਣਜੀਤ ਸਿੰਘ ਜੀ। ਸਭ ਤੋਂ ਪਹਿਲਾਂ ਸਵਾਗਤ ਕਰਦੇ ਹਾਂ, ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਵਾਹਿਗੁਰੂ ਜੀ ਕਾ ਖਾਲਸਾ, ਸ੍ਰੀ ਵਾਹਿਗੁਰੂ ਜੀ ਕੀ ਫਤਿਹ ਜੀ। ਜੀ ਸਰਦਾਰ ਸਾਹਿਬ, ਤੁਹਾਡੇ ਵੱਲੋਂ ਕਾਰਗੁਜ਼ਾਰੀ ਕੀਤੀ ਜਾਂਦੀ ਹੈ। ਅਸੀਂ ਪਹਿਲਾਂ ਜਦੋਂ ਆਏ ਸੀ ਤੇ ਉਦੋਂ ਵੀ ਤੁਹਾਡੀ ਬਹੁਤ ਸਾਰੇ ਲੋਕਾਂ ਨੇ ਤਾਰੀਫ ਕੀਤੀ ਸੀ, ਗੱਲਬਾਤ ਤੁਹਾਡੇ ਬਾਰੇ ਕੀਤੀ ਤਾਂ ਉਹ ਕਹਿੰਦੇ ਨੇ ਕਿ ਇਹਨਾਂ ਦੇ ਵੱਲੋਂ ਕਾਰਗੁਜ਼ਾਰੀ ਕੀਤੀ ਜਾਂਦੀ ਹੈ, ਦਰਖਤ ਲਾਏ ਜਾਂਦੇ ਨੇ, ਲਾਉਣ ਦੇ ਨਾਲ ਨਾਲ ਸੰਭਾਲੇ ਵੀ ਜਾਂਦੇ ਨੇ। ਕਿਵੇਂ ਸ਼ੁਰੂਆਤ ਹੋਈ ਹੈ ਸਾਰੀ ਚੀਜ਼ ਦੀ? ਮੈਂ ਸ਼ੁਰੂਆਤ ਕਰੂੰਗਾ। ਇਹ ਸਰ ਜੀ ਮੈਨੂੰ ਨਾ ਸਕੂਟਰ ਚਲਾਉਣ ਦਾ ਬੜਾ ਸ਼ੌਕ ਹੁੰਦਾ ਜੀ ਤੇ ਸਕੂਟਰ ਤੇ ਮੈਂ ਲੈ ਨਹੀਂ ਸਕਿਆ ਕਿਉਂਕਿ ਮੇਰੀ ਹਾਲਤ ਹੀ ਬੜੀ ਮਾੜੀ ਸੀਗੀ ਤੇ ਉਹ ਸ਼ੌਕ ਹੀ ਮੈਨੂੰ ਬਸ ਇਸ ਪਾਸੇ ਲੈ ਬੈਠਿਆ। ਮੈਂ ਕਿਸੇ ਕੋ ਮੰਗ ਕੇ ਚਲਾ ਲੈਂਦਾ ਸੀ ਤੇ ਲਾਇਸੈਂਸ ਵੀ ਹੈ ਨਹੀਂ ਸੀ ਮੇਰੇ ਕੋਲ। ਫਿਰ ਮੈਂ ਚਲ ਸਕੂਟਰ ਤੇ ਹੈ ਨਹੀਂ, ਲਾਇਸੈਂਸ ਤੇ ਬਣਵਾ ਲਵਾਂ ਕਿ ਆਉਣ ਜਾਣ 'ਚ ਜਿਹੜਾ ਸੌਖਾ ਰਹੂੰਗਾ। ਉਹ ਮੈਂ ਲਾਡੋਵਾਲ ਰੋਡ ਵੱਲ ਨੂੰ ਗਿਆ ਤੇ ਉੱਥੇ ਰਾਹ 'ਚ ਦੇਖਿਆ ਤੇ ਕਿੱਡੇ ਵੱਡੇ ਵੱਡੇ ਪੇੜ ਲੱਗੇ ਸੀ, ਬੜੀ ਸੰਘਣੀ ਛਾਂ ਸੀ। ਮੈਂ 10 ਮਿੰਟ ਖੜਾ ਹੋਇਆ, ਉਹ ਦੇਖ ਕੇ ਮੇਰੇ ਮਨ 'ਤੇ ਬਸ ਕਾਫੀ ਪ੍ਰਭਾਵ ਪੈ ਗਿਆ ਕਿ
ਮੈਂ ਕਿਹਾ ਮੈਂ ਵੀ ਆਪਣੇ ਰੇਲਵੇ ਰੋਡ ਤੇ ਬੂਟੇ ਲਗਾਵਾਂਗਾ ਤਾਂ ਕਿ ਆਉਣ ਜਾਣ ਵਾਲਿਆਂ ਨੂੰ ਠੰਡੀ ਛਾਂ ਮਿਲੇ, 2 ਘੜੀਆਂ ਸੁੱਖ ਦਾ ਸਾਹ ਲੈ ਸਕਣ। ਉਹ ਐਸੀ ਮੈਨੂੰ ਪ੍ਰੇਰਨਾ ਮਿਲੀ ਉਸ ਤੋਂ ਕਿ ਸਕੂਟਰ ਦੀ ਖੁਆਇਸ਼ ਤੇ ਮੇਰੀ ਵਿੱਚੇ ਰਹਿ ਗਈ, ਪਰ ਮੇਰਾ ਇਹ ਬੂਟੇ ਲਗਾਉਣ ਵੱਲ ਰੁਝਾਨ ਜਿਹੜਾ ਵੱਧ ਗਿਆ। ਪਹਿਲਾਂ ਤਾਂ ਮੈਂ ਇੱਕ ਬੂਟਾ ਲੱਭ ਕੇ ਲਾਇਆ ਪਾਕੜ ਦਾ, ਤੇ ਹੌਲੀ ਹੌਲੀ ਗਾਂ ਮੇਰੀ ਸ਼ੌਂਕ ਵੱਧਦਾ ਗਿਆ, ਮੈਂ ਬੂਟੇ ਲੱਭ ਕੇ ਲਾਈ ਗਿਆ। ਇਹ ਤੁਹਾਡਾ ਕਾਰਵਾ ਤੁਰਿਆ ਗਿਆ, ਮਤਲਬ ਸ਼ੁਰੂਆਤ ਤੁਹਾਡੀ ਹੋਈ ਕਿ ਤੁਸੀਂ ਮਹਿਜ਼ ਇੱਕ ਜਾ ਰਹੇ ਸੀ ਕਿਤੇ ਆਪਣੇ ਕੰਮ ਲਈ, ਨਿੱਜੀ ਕੰਮ ਲਈ, ਉੱਥੇ ਜਾਂਦੇ ਤੁਹਾਡੀ ਸ਼ੁਰੂਆਤ ਹੋਈ। ਇੱਕ ਚੀਜ਼ ਮੈਂ ਜਾਣਨਾ ਚਾਹਾਂਗਾ ਕਿ ਵੱਡੇ ਮਿਆਰ ਦੇ ਵਿੱਚ ਲੋਕਾਂ ਦੇ ਵੱਲੋਂ ਫੋਟੋਆਂ ਖਿਚਾ ਕੇ ਸੋਸ਼ਲ ਮੀਡੀਆ ਦੇ ਉੱਤੇ ਪਾ ਦਿੱਤੀਆਂ ਜਾਂਦੀਆਂ ਨੇ ਕਿ ਅਸੀਂ ਪੌਦੇ ਲਗਾਏ ਨੇ, ਮੰਤਰੀਆਂ ਦੇ ਵੱਲੋਂ ਵੀ ਕੀਤਾ ਜਾਂਦਾ, ਵਿਧਾਇਕਾਂ ਦੇ ਵੱਲੋਂ ਵੀ ਕੀਤਾ ਜਾਂਦਾ ਹੈ, ਪਰ ਉਹਨਾਂ ਦੀ ਸਾਂਭ ਸੰਭਾਲ ਦੇ ਲਈ ਪਿੱਛੇ ਪੈਰਵਾਈ ਨਹੀਂ ਹੁੰਦੀ। ਇਹਦੇ ਬਾਰੇ ਕੀ ਕਹਿਣਾ ਚਾਹੋਗੇ? ਇਹ ਸਰ ਜੀ, ਇਹ ਤਾਂ ਬੜੀ ਜ਼ਿੰਮੇਵਾਰੀ ਨਾਲ ਕੰਮ ਨਿਭਾਉਣਾ ਪੈਂਦਾ ਜੀ। ਇਹ ਤਾਂ ਜਿੱਦਾਂ ਆਪਾਂ ਆਪਣੇ ਬੱਚਿਆਂ ਨੂੰ ਪਾਲਦੇ ਆ, ਇਦਾਂ ਇਹਨਾਂ ਦੀ ਵੀ ਦੇਖ ਰੇਖ ਕਰਨੀ ਪੈਂਦੀ ਆ। ਸਵੇਰੇ ਸ਼ਾਮ ਪਾਣੀ ਪਾਣਾ, ਧੁੱਪ ਛਾਂ ਦੇਖਣੀ, ਸਾਂਭ ਸੰਭਾਲ ਕਰਨੀ, ਸਾਫ ਸਫਾਈ ਕਰਨੀ, ਪੂਰਾ ਯਾਨੀ ਬੱਚਿਆਂ ਨੂੰ ਖਿਆਲ ਰੱਖੀਦਾ। ਇਹ ਜਾ ਕੇ ਪਲਦੇ ਤਾਂ ਦੇਖ ਲਓ ਸੁੱਖ ਦਾ ਸਾਹ ਲੈ ਰਹੇ ਆ, ਠੰਡੀ ਛਾਵੇਂ ਖੜੇ ਆ, ਨਹੀਂ ਤੇ ਇੱਥੇ ਕੂੜੇ ਢੇਰ ਸੀ, ਐ ਬੁਰਾ ਹਾਲ ਸੀ। ਅੱਜ ਦੇ ਲੋ ਸੋਹਣੀ ਪਾਰਕ ਆ, ਕਿਉਂਕਿ ਥੋੜੀ ਜਿਹੀ ਮਿਹਨਤ ਬਹੁਤ ਵੱਡਾ ਫਲ ਦਿੰਦੀ ਆ। ਅੱਗੇ ਸਾਡੀ ਜਨਸੰਖਿਆ ਨੂੰ ਸੁੱਖ ਦਾ ਸਾਹ ਮਿਲੇਗਾ, ਵਾਤਾਵਰਨ ਸਾਫ਼ ਹੋਏਗਾ, ਆਉਣ ਜਾਣੇ ਵੀ ਛਾਵੇਂ ਖੜੇ ਹੋ ਜਾਂਦੇ। ਕਈ ਵਾਰੀ ਦੇਖ ਕੇ ਬੜੀ ਮਨ ਨੂੰ ਸ਼ਾਂਤੀ ਮਿਲਦੀ ਕਿ ਮੇਰੀ ਮਿਹਨਤ ਜਿਹੜੀ ਆ ਕਿਸੇ ਦੇ ਕੰਮ ਤੇ ਆਈ। ਤੇ ਉੱਦਾਂ ਜਿਹੜਾ ਰਾਜ ਕਿਤੇ ਖੜਿਆ ਉਹਨੂੰ ਥਾਂ ਨਹੀਂ ਹੈਗੀ, ਸਾਰੇ ਰੋਡ ਤੇ ਬੁਰਾ ਹਾਲ ਆ। ਪਰ ਇੱਦਾਂ ਆਉਂਦੇ ਜਾਂਦੇ ਖੜੇ ਹੋ ਜਾਂਦੇ ਨੇ, ਬੈਠ ਜਾਂਦੇ ਨੇ, ਤੇ ਦੇਖ ਕੇ ਮਨ ਨੂੰ ਬੜੀ ਸ਼ਾਂਤੀ ਮਿਲਦੀ ਹੈ ਜੀ। ਬਹੁਤ ਲੋਕਾਂ ਦੇ ਵੱਲੋਂ ਅਕਸਰ ਕਿਹਾ ਜਾਂਦਾ ਹੈ ਕਿ ਸਮਾਜ ਦੇ ਵਿੱਚ ਚੰਗੇ ਲੋਕਾਂ ਦੀ ਘਾਟ ਹੈ, ਪਰ ਚੰਗੇ ਲੋਕਾਂ ਦੀ ਘਾਟ ਨਹੀਂ ਹੈ। ਬਹੁਤ ਸਾਰੇ ਅਜਿਹੇ ਚਿਹਰੇ ਨੇ, ਬਹੁਤ ਸਾਰੇ ਅਜਿਹੇ ਲੋਕ ਨੇ ਜਿਨ੍ਹਾਂ ਦੇ ਵੱਲੋਂ ਸਮਾਜ ਦੇ ਲਈ ਕੁਝ ਚੰਗੀਆਂ ਕਾਰਗੁਜ਼ਾਰੀਆਂ ਅਜਿਹੀਆਂ ਕੀਤੀਆਂ ਜਾਂਦੀਆਂ ਨੇ ਜਿਹਦੇ ਨਾਲ ਉਹਨਾਂ ਦਾ ਆਪਣਾ ਫਾਇਦਾ ਤਾਂ ਹੁੰਦਾ ਹੀ ਹੈ, ਪਰ ਆਉਣ ਵਾਲੀਆਂ ਪੀੜ੍ਹੀਆਂ ਦੇ ਲਈ ਵੀ ਉਹ ਬਹੁਤ ਕੁਝ ਸਾਰਥਕ ਸਿੱਧ ਕਰਕੇ ਚਲੇ ਜਾਂਦੇ ਨੇ। ਸੋ ਸਰਦਾਰ ਸਾਹਿਬ, ਸ਼ੁਰੂਆਤ ਹੋਈ, ਸ਼ੁਰੂਆਤ ਦੇ ਵਿੱਚ ਮੁਸ਼ਕਲਾਂ ਵੀ ਆਈਆਂ ਹੋਣੀਆਂ ਨੇ, ਕਿਉਂਕਿ ਕੋਈ ਵੀ ਕੰਮ ਕਰਦੇ ਆ ਸ਼ੁਰੂਆਤ ਦੇ ਵਿੱਚ ਮੁਸ਼ਕਲਾਂ ਆਉਣੀਆਂ ਲਾਜ਼ਮੀ ਨੇ। ਤੁਹਾਨੂੰ ਕੀ ਮੁਸ਼ਕਲਾਂ ਆਈਆਂ ਤੇ ਉਹਨਾਂ ਮੁਸ਼ਕਲਾਂ ਦੇ ਵਿੱਚ ਨਿਕਲਣ ਲਈ ਤੁਸੀਂ ਕੀ ਕੁਝ ਜਿਹੜੀ ਆ ਜਦੋਜਹਿਦ ਕੀਤੀ? ਇਹ ਸਰ ਜੀ, ਮੈਂ ਪਹਿਲਾਂ ਜਦੋਂ ਨਵੇਂ ਬੂਟੇ ਲਾਏ ਨਾ, ਤਾਂ ਕਈ ਲੋਕੀ ਤੋੜ ਜਾਂਦੇ ਸੀ, ਕਈ ਪੁੱਟ ਕੇ ਲੈ ਜਾਂਦੇ ਸੀ, ਪਰ ਮੈਂ ਆਪਣੇ ਮਨ ਨੂੰ ਸਮਝਾਇਆ ਸੀ ਕਿ ਇਹ ਅਭਿਆਨ ਜਿਹੜਾ ਨਾ ਸ਼ੁਰੂ ਰੱਖਣਾ ਹੈ, ਜਾਣੀ ਕਿ ਇੱਕ ਸੇਵਾ ਬਣਾਤੀ ਆਪਣੇ ਮਨ 'ਚ ਕਿ ਸੇਵਾ ਕਰਨੀ ਆ। ਕੋਈ ਤੋੜ ਜਾਵੇ ਇਹ ਨਹੀਂ ਕਿ ਲੜਨ ਚੱਲ ਜਾਓ, ਨਹੀਂ ਜੀ ਨਹੀਂ। ਉੱਥੇ ਸੋਹਣਾ ਜਿਹਾ ਦੂਜਾ ਬੂਟਾ ਲਾ ਦਿਓ ਤੇ ਉਹਦੇ ਆਲੇ ਦੁਆਲੇ ਬਾਂਹ ਦੀਆਂ ਲੱਕੜੀਆਂ ਬੰਨ ਦਿੰਦਾ ਸੀ। ਇੱਦਾਂ ਫਿਰ ਮਿਹਨਤ ਬੜੀ ਕਰਨੀ ਪਈ, ਪਰ ਇਹ ਹੈ ਕਿ ਅੱਜ ਦੇ ਲੋ ਰੰਗ ਲਿਆਈ ਆ, ਫਲ ਮਿਲਦਾ ਪਿਆ। ਤੁਹਾਨੂੰ ਕਿੰਨਾ ਕੁ ਸਮਾਂ ਹੋ ਗਿਆ ਇਹ ਸਾਰੀ ਕਾਰਗੁਜ਼ਾਰੀ ਕਰਦਿਆਂ ਨੂੰ? ਇਹ ਸਰ ਜੀ 2006 ਦੀ ਗੱਲ ਹੈ ਜੀ। 2006 ਤੋਂ ਸ਼ੁਰੂ ਕੀਤਾ ਸੀ ਮੈਂ, ਤੇ ਅੱਜ ਕਾਫੀ ਸਾਲ ਹੋ ਗਏ, 15-16 ਸਾਲ ਹੋ ਗਏ ਮੈਨੂੰ। ਪਰ ਇਹ ਕਿ ਮੈਂ ਪਿੱਛੇ ਨਹੀਂ ਮੁੜਿਆ। ਅੱਜ ਵੀ ਗਾਂ ਸੇਵਾ ਵਧੀ ਜਾਂਦੀ। ਉਹ ਸਿਟੀ ਰੇਲਵੇ ਸਟੇਸ਼ਨ ਤੋਂ ਲੈ ਕੇ ਦਮੋਰੀਆ ਪੁਲ, ਫੜਾਈ ਪੁਲ ਦੇ ਨਾਲ ਜਾ ਕੇ ਦਮੋਰੀਆ ਪੁਲ ਦੇ ਥੱਲਿਓਂ ਮਾਲਕਦਮ ਤੱਕ ਪਹੁੰਚ ਗਿਆ ਜੀ ਮੈਂ। ਤੇ ਸਾਰਾ ਕੂੜਾ ਵੀ ਸਾਫ਼ ਸਫਾਈ ਕਰੀਦੀ ਆ, ਬੂਟੇ ਵੀ ਗਾਂ ਲਾਈ ਜਾਈਦੇ ਆ। ਕਈ ਲੋਕੀ ਮੇਰਾ ਮਜ਼ਾਕ ਵੀ ਉਡਾਉਂਦੇ ਨੇ ਕਿ ਸਰਦਾਰ ਦਾ ਖਰੇ ਦਿਮਾਗ ਖਰਾਬ ਆ, ਪਰ ਆਪਾਂ ਆਪਣੇ ਮਨ ਨੂੰ ਸਮਝਾਇਆ ਆ ਕਿ ਭਾਈ ਇਹ ਕੱਲ ਨੂੰ ਇਹੀ ਸੇਵਾ ਕੰਮ ਆਣੀ ਹੈ। ਅੱਜ ਜਿਹੜੇ ਸਾਡੇ ਬੱਚੇ ਛੋਟੇ ਸਕੂਲੇ ਜਾਂਦੇ ਨੇ, ਤੇ ਉਹਨਾਂ ਨੂੰ ਅਸੀਂ ਕੀ ਦੇ ਕੇ ਜਾਵਾਂਗੇ? ਬਿਲਕੁਲ। ਕੋਈ ਪੇੜ ਪੌਦੇ ਲਾਏ ਆ, ਕੋਈ ਫਲ ਦੇਣਗੇ, ਕੋਈ ਛਾਇਆ ਦੇਣਗੇ, ਉਹਨਾਂ ਨੂੰ ਸੁੱਖ ਦਾ ਸਾਹ ਮਿਲੇਗਾ, ਵਾਤਾਵਰਨ ਸਾਫ਼ ਹੋਏਗਾ। ਜੇ ਅੱਜ ਅਸੀਂ ਕੁਝ ਕਰਾਂਗੇ ਤਾਂ ਫੇਰ ਹੀ ਆ ਨਾ। ਨਹੀਂ ਤੇ ਮੈਂ ਆਪ ਬੜਾ ਦੇਖਿਆ ਕਿ ਅਸੀਂ ਸਨ 85 ਜਿੱਥੇ ਆਏ ਸੀ, 25-30 ਸਾਲਾਂ 'ਚ ਕਾਫੀ ਵਾਤਾਵਰਨ 'ਚ ਫਰਕ ਪੈ ਗਿਆ ਜੀ। ਅੱਜ ਪੇੜ ਲਗਾਉਣ ਦੀ ਬਹੁਤ ਜ਼ਿਆਦਾ ਲੋੜ ਆ, ਕਿਉਂਕਿ ਇਸ ਚੀਜ਼ ਵੱਲ ਲੋਕੀ ਬਹੁਤ ਘੱਟ ਧਿਆਨ ਦਿੰਦੇ ਨੇ। ਪੇੜ ਲੋਕੀ ਲਾ ਦਿੰਦੇ ਨੇ, ਲਾ ਕੇ ਮੁੜ ਕੇ ਭੁੱਲ ਜਾਂਦੇ ਬਸ। ਪਰ ਮੇਰਾ ਇਹ ਰੁਝਾਨ ਨਹੀਂ ਹੈਗਾ। ਮੈਂ ਰੂਟੀਨ ਦੇ ਨਾਲ ਪਾਣੀ ਪਾਉਣਾ, ਦੇਖਣਾ, ਦੇਖਭਾਲ ਕਰਨੀ। ਆਪ ਭਾਵੇਂ ਭੁੱਖਾ ਰਹਿ ਜਾਵਾਂ, ਪਰ ਇਹਨਾਂ ਨੂੰ ਪਾਣੀ ਜ਼ਰੂਰ ਪਾਈਦਾ ਜੀ। ਬਿਲਕੁਲ ਉਮਦਾ ਸੋਚ ਹੈ, ਉਮਦਾ ਸੋਚ ਦੀ ਇਹ ਮਿਸਾਲ ਹੈ ਸਿੰਘ ਸਾਹਿਬ ਜਿਨ੍ਹਾਂ ਦੇ ਵੱਲੋਂ ਇਹ ਕਾਰਗੁਜ਼ਾਰੀ ਕੀਤੀ ਜਾਂਦੀ ਹੈ। ਤੇ ਉਹਨਾਂ ਲੋਕਾਂ ਨੂੰ ਮੈਂ ਖਾਸ ਤੌਰ ਦੇ ਉੱਤੇ ਕਹਿੰਦਾ ਕਿ ਬੜੀ ਸ਼ਰਮਨਾਕ ਗੱਲ ਹੈ ਤੁਹਾਡੇ ਲਈ, ਜਿਹੜੇ ਲੋਕਾਂ ਦੇ ਵੱਲੋਂ ਮਜ਼ਾਕ ਕੀਤਾ ਜਾਂਦਾ ਹੈ ਕਿ ਸਰਦਾਰ ਸਾਹਿਬ ਦਾ ਦਿਮਾਗ ਖਰਾਬ ਹੋ ਗਿਆ ਜਾਂ ਅਜਿਹੀਆਂ ਚੀਜ਼ਾਂ ਜਿਹੜੀਆਂ ਇਹਨਾਂ ਦੇ ਰਾਹ ਦੇ ਵਿੱਚ ਰੋੜਾ ਬਣਦੀਆਂ ਨੇ। ਉਹਨਾਂ ਲੋਕਾਂ ਦੇ ਲਈ ਵੀ ਸ਼ਰਮ ਵਾਲੀ ਗੱਲ ਹੈ, ਕਿਉਂਕਿ ਵਾਤਾਵਰਨ ਦੇ ਲਈ ਅੱਜ ਕੱਲ੍ਹ ਸੋਚ ਵਿਚਾਰ ਸਾਰੇ ਰੱਖਦੇ ਨੇ, ਪਰ ਉਹਨੂੰ ਜ਼ਮੀਨੀ ਪੱਧਰ ਦੇ ਉੱਤੇ ਸੱਚਾਈ ਦੇ ਵਿੱਚ ਲਾਗੂ ਕਰਨਾ, ਸੱਚਾਈ ਦੇ ਵਿੱਚ ਉਹਨੂੰ ਅਮਲੀ ਜਾਮਾ ਪਹਿਨਾਉਣਾ, ਇਹ ਬੜੀ ਕਿਹੜੀ ਕਹਿੰਦੇ ਨੇ ਕਿ ਗੁੰਝਲਦਾਰ ਗੱਲ ਹੈ ਜਾਂ ਔਖੀ ਗੱਲ ਹੈ। ਸਰਦਾਰ ਸਾਹਿਬ, ਤੁਹਾਨੂੰ ਜਦੋਂ ਅਜਿਹੀਆਂ ਚੀਜ਼ਾਂ ਵੇਖਣ ਨੂੰ ਮਿਲੀਆਂ, ਕਿਤੇ ਨਾ ਕਿਤੇ ਮਨ ਡਾਵਾਡੋਲ ਵੀ ਹੁੰਦਾ ਹੈ, ਕਿਉਂਕਿ ਜਿਵੇਂ ਤੁਸੀਂ ਦੱਸਿਆ ਆਰਥਿਕ ਸਥਿਤੀ ਤੁਹਾਡੀ ਠੀਕ ਨਹੀਂ ਹੈ। ਜਿਵੇਂ ਤੁਹਾਡੀ ਸ਼ਾਪ ਹੈ ਜਿੱਥੇ ਤੁਸੀਂ ਪੰਚਰ ਦਾ ਕੰਮ ਕਰਦੇ ਹੋ, ਇਸ ਦੇ ਨਾਲ ਸਮੇਂ ਦੇ ਵਿੱਚੋਂ ਸਮਾਂ ਕੱਢਣਾ, ਕਿਉਂਕਿ ਇਸ ਕੰਮ ਦੇ ਵਿੱਚ ਇੱਦਾਂ ਹੈ ਕਿ ਜੋ ਕਰ ਲਿਆ ਉਹੀ ਤੁਹਾਨੂੰ ਖਾਣਾ ਹੈ, ਉਹੀ ਤੁਹਾਨੂੰ ਬਣਨਾ ਹੈ, ਦਿਹਾੜੀ ਲੱਗੇਗੀ ਤਾਂ ਬਣੇਗੀ, ਹੈ ਨਾ। ਇਸ ਦੇ ਵਿੱਚੋਂ ਸਮਾਂ ਕੱਢ ਕੇ ਤੁਸੀਂ ਕਿਵੇਂ ਇਹ ਸਾਰੀ ਚੀਜ਼ ਨੂੰ ਮੈਨੇਜ ਕਰਦੇ ਹੋ? ਇਹ ਸਰ ਜੀ ਆਪਣੇ ਮਨ ਨੂੰ ਮਾਰਨਾ ਪੈਂਦਾ, ਕਿਉਂਕਿ ਦੁਕਾਨ ਤੇ ਹੁਣ ਕਾਰੋਬਾਰ ਹੈ ਨਹੀਂ। ਵੈਸੇ ਜ਼ਿਆਦਾ ਸਮਾਂ ਮੇਰਾ ਇੱਧਰ ਹੀ ਲੰਘ ਜਾਂਦਾ ਜੀ। ਤੇ ਕੁਝ ਮੇਰੇ ਘਰ ਦੇ ਆਸ਼ਾ ਵਰਕਰ ਦਾ ਕੰਮ ਕਰਦੇ ਨੇ, ਬਸ ਇੱਦਾਂ ਮੀਆਂ ਵੀ ਰਲ ਮਿਲ ਕੇ ਰੋਟੀ ਚਲਾਈ ਜਾਂਦੇ ਆ।
ਤੇ ਮੈਂ ਤਾਂ ਬੜੀ ਵਾਰੀ ਗਵਰਨਮੈਂਟ ਦੇ ਅੱਗੇ ਹੱਥ ਜੋੜ ਕੇ ਬੇਨਤੀ ਕੀਤੀ ਕਿ ਮੇਰੀ ਕੋਈ ਹੈਲਪ ਕੀਤੀ ਜਾਵੇ, ਪਰ ਗਵਰਨਮੈਂਟ ਨੇ ਮੇਰੀ ਆਰਥਿਕ ਮਦਦ ਕੋਈ ਨਹੀਂ ਕੀਤੀ। ਬਸ ਰਾਹ ਜਾਂਦਾ ਕੋਈ 150 ਦੇ ਗਿਆ ਨਹੀਂ ਤੇ ਉਹ ਵੀ ਆਪਾਂ ਕਹੀਦਾ ਭਾਈ ਆਪਾਂ ਤੇ ਸੇਵਾ ਹੀ ਕਰੀਦੀ ਆ, ਅਸੀਂ ਲਾਲਚ ਨਹੀਂ ਰੱਖਿਆ ਕੋਈ। ਹਾਂ ਇਹ ਹੈ ਕਿ ਗਵਰਨਮੈਂਟ ਜੇ ਕੋਈ ਹੈਲਪ ਕਰ ਦਿੰਦੀ ਤੇ ਉਹਦਾ ਕੋਈ ਸਹਾਰਾ ਹੋ ਜਾਂਦਾ ਮੈਨੂੰ। ਪੁਰਾਣੀਆਂ ਸਰਕਾਰਾਂ ਆਈਆਂ, ਪੁਰਾਣੀਆਂ ਸਰਕਾਰਾਂ ਦੇ ਉੱਤੇ ਸਾਰਿਆਂ ਨੂੰ ਕੋਈ ਨਾ ਕੋਈ ਮਲਾਲ ਹੈ, ਕੋਈ ਨਾ ਕੋਈ ਰੋਹ ਹੈ। ਤਾਂ ਨਵੀਂ ਸਰਕਾਰ ਬਣੀ ਹੈ, ਨਵੀਂ ਸਰਕਾਰ ਬਣਨ ਦੇ ਨਾਲ ਸੀਐਮ ਭਗਵੰਤ ਮਾਨ ਸਾਹਿਬ ਜਿਹੜੇ ਨੇ ਉਹਨਾਂ ਦੇ ਵੱਲੋਂ ਸੱਤਾ ਦੇ ਉੱਤੇ ਕਾਬਜ਼ ਹੋਇਆ ਗਿਆ, ਉਹਨਾਂ ਦੀ ਸਰਕਾਰ ਬਣੀ ਹੈ। ਉਹਨਾਂ ਤੋਂ ਉਮੀਦਾਂ ਹੈ ਨੇ, ਕਿਸੇ ਦੇ ਨਾਲ ਗੱਲਬਾਤ ਹੋਈ ਹੈ ਸਰਕਾਰ ਬਣਨ ਤੋਂ ਬਾਅਦ? ਨਹੀਂ ਗੱਲਬਾਤ ਨਹੀਂ ਹੋਈ ਜੀ, ਪਰ ਇਹ ਹੈ ਕਿ ਉਮੀਦ ਜ਼ਰੂਰ ਹੈ ਜੀ, ਕਿਉਂਕਿ ਉਹ ਆਪ ਮਿਹਨਤੀ ਨੇ, ਕਲਾਕਾਰ ਨੇ ਤੇ ਮੈਂ ਉਹਨਾਂ ਦਾ ਫੈਨ ਹੀ ਬਹੁਤ ਵਧੀਆ ਤੇ ਪੂਰੀ ਆਸ ਹੈ ਕਿ ਉਹ ਮੇਰੀ ਫਰਿਆਦ ਜ਼ਰੂਰ ਸੁਣਨਗੇ, ਕਿਉਂਕਿ ਮੈਂ ਮਿਹਨਤੀ ਇੰਨੀ ਜ਼ਿਆਦਾ ਕੀਤੀ ਆ ਕਿ ਅੱਜ ਮੇਰੇ ਹੱਡ ਪੈਰ ਟੁੱਟ ਜਾਂਦੇ ਨੇ। ਇੱਥੇ ਤੁਸੀਂ ਸਾਰੇ ਬਾਜ਼ਾਰ ਵਾਲਿਆਂ ਕੋਲ ਪੁੱਛ ਸਕਦੇ ਹੋ, ਕੂੜੇ ਦੇ ਵੱਡੇ ਵੱਡੇ ਢੇਰ ਆ ਜਿਹੜੇ ਮੈਂ ਪੱਧਰੇ ਕਰ ਦਿੱਤੇ ਆ। ਅੱਜ ਕੂੜਾ ਨਹੀਂ ਨਜ਼ਰ ਆਊਗਾ ਤੁਹਾਨੂੰ, ਹਰ ਜਗ੍ਹਾ ਸਫਾਈ ਨਜ਼ਰ ਆਏਗੀ। ਇਸ ਨਾਲ ਕਰਕੇ ਮੈਂ ਬਾਜ਼ਾਰ 'ਚ ਕਾਫੀ ਲੋਕੀ ਮੈਨੂੰ ਇੱਜ਼ਤ ਮਾਣ ਵੀ ਦਿੰਦੇ ਨੇ ਕਿ ਇਹ ਸਰਦਾਰ ਆਪਣਾ ਕੰਮ ਛੱਡ ਕੇ ਵੀ ਸਾਫ ਸਫਾਈ ਕਰਦਾ, ਬੂਟੇ ਲਾਉਂਦਾ, ਦੇਖਭਾਲ ਕਰਦਾ, ਕਿ ਬਾਜ਼ਾਰ ਦਾ ਬਹੁਤ ਖਿਆਲ ਰੱਖਦਾ। ਇੱਥੋਂ ਤੱਕ ਕਿ ਮੈਂ ਕਦੀ ਚੈਂਬਰ ਤੱਕ ਨਹੀਂ ਬੰਦ ਹੋਣ ਦਿੱਤੇ, ਉਹ ਵੀ ਸਾਫ ਆਪ ਹੀ ਕਰਦਾ ਮੈਂ। ਉਹ ਵੀ ਆਪਾਂ ਮਨ ਨੂੰ ਇਹ ਸਮਝਾਈਦਾ ਕਿ ਚਲੋ ਇਹ ਸਾਡਾ ਆਪਣਾ ਆ, ਬਾਹਰਲਾ ਨਹੀਂ ਆ ਕਿਤੇ, ਤੇ ਸਾਰਾ ਯਾਨੀ ਡਿਟੇਲ ਨਾਲ ਕੰਮ ਕਰੀਦਾ। ਨਹੀਂ ਤੇ ਇੱਥੇ ਛੱਪੜ ਲੱਗਾ ਹੁੰਦਾ ਸੀਗਾ ਪਾਣੀ ਦਾ, ਅੱਜ ਦੇ ਲੋ ਐ ਸਾਫ ਸੁਥਰਾ। ਜੀ ਬਿਲਕੁਲ, ਇੰਟਰਨੈਟ ਦਾ ਜ਼ਮਾਨਾ ਹੈ, ਤਕਨੀਕੀ ਯੁੱਗ ਹੈ। ਜੇਕਰ ਤੁਸੀਂ 5-6 ਸਾਲ ਪਹਿਲਾਂ ਦੀਆਂ ਤਸਵੀਰਾਂ ਜਾਂ 7-8 ਸਾਲ ਪਹਿਲਾਂ ਦੀਆਂ ਤਸਵੀਰਾਂ ਤੁਸੀਂ ਗੂਗਲ ਦੇ ਉੱਤੋਂ ਵੇਖਣਾ ਚਾਹੋ ਤਾਂ ਜਿਹੜੀ ਜਗ੍ਹਾ ਦੇ ਉੱਤੇ ਅਸੀਂ ਇਸ ਵਕਤ ਖਲੋਤੇ ਹੋਏ ਹਾਂ, ਖੜੇ ਹੋਏ ਹਾਂ, ਇਸ ਜਗ੍ਹਾ ਦੇ ਉੱਤੇ ਬਹੁਤ ਵੱਡੇ ਢੇਰ ਸੀ, ਬਹੁਤ ਵੱਡੇ ਕੂੜੇ ਦੇ ਢੇਰ ਸੀ, ਜਿਨ੍ਹਾਂ ਨੂੰ ਸਾਫ ਸਫਾਈ ਕਰਕੇ ਨਾ ਸਰਦਾਰ ਸਾਹਿਬ ਦੇ ਵੱਲੋਂ ਉਹ ਸਾਫ ਸਫਾਈ ਕਰਕੇ ਪੌਦੇ ਲਗਾਏ ਗਏ ਨੇ, ਦਰਖਤ ਲਗਾਏ ਗਏ ਨੇ, ਤਾਂ ਕਿ ਲੋਕਾਂ ਦੇ ਸਾਹ ਲੈਣ ਦੇ ਵਿੱਚ ਸੁੱਖ ਸਹੂਲਤ ਉਹਨਾਂ ਨੂੰ ਮਿਲ ਸਕੇ। ਜਿਹੜਾ ਸਾਹ ਸਾਨੂੰ ਮਿਲਣ ਦੇ ਲਈ ਲੱਖਾਂ ਰੁਪਇਆ ਅਸੀਂ ਬਾਅਦ ਦੇ ਵਿੱਚ ਹਸਪਤਾਲਾਂ ਦੇ ਵਿੱਚ ਖਰਚਦੇ ਹਾਂ ਕਿ ਸਾਨੂੰ ਆਕਸੀਜਨ ਮਿਲ ਜਾਵੇ, ਆਕਸੀਜਨ ਸਿਲੰਡਰ ਮਿਲ ਜਾਣ। ਪਿਛਲੇ ਦਿਨੀ ਕਰੋਨਾ ਕਾਲ ਆਇਆ ਸੀ, ਕਰੋਨਾ ਕਾਲ ਦੇ ਵਿੱਚ ਕਿਹੋ ਜਿਹੀ ਸਥਿਤੀ ਪੂਰੇ ਭਾਰਤ ਦੀ ਬਣ ਚੁੱਕੀ ਸੀ, ਪੂਰੇ ਵਿਸ਼ਵ ਦੀ ਬਣ ਚੁੱਕੀ ਸੀ, ਇਸ ਤੋਂ ਅਸੀਂ ਭਲੀ ਭਾਂਤੀ ਜਾਣੂ ਆ। ਸਰਦਾਰ ਸਾਹਿਬ, ਵਿੱਤੀ ਸਹਾਇਤਾ ਤੁਸੀਂ ਕਹਿੰਦੇ ਹੋ ਕਿ ਸਰਕਾਰ ਦੇ ਵੱਲੋਂ ਤੁਹਾਡੇ ਤੱਕ ਪਹੁੰਚ ਨਹੀਂ ਕੀਤੀ ਗਈ, ਕੋਈ ਕਾਰਨ ਰਿਹਾ ਹੋਣਾ ਜਾਂ ਉਹਨਾਂ ਦੇ ਵੱਲੋਂ ਕੋਸ਼ਿਸ਼ ਨਹੀਂ ਕੀਤੀ ਗਈ ਜਾਂ ਉਹਨਾਂ ਨੂੰ ਲੱਗਾ ਹੀ ਨਹੀਂ ਹੋਣਾ ਖਾਸ ਹੈ ਇਹ ਚੀਜ਼ ਜਾਂ ਸਾਂਭਣਾ ਚਾਹੀਦਾ। ਹੁਣ ਤੁਹਾਨੂੰ ਉਮੀਦਾਂ ਵੀ ਨੇ, ਅਸੀਂ ਆਪਣੇ ਚੈਨਲ ਦੇ ਮਾਧਿਅਮ ਰਾਹੀਂ ਵੀ ਇਹ ਕੋਸ਼ਿਸ਼ ਕਰਾਂਗੇ ਕਿ ਸੀਐਮ ਮਾਨ ਤੱਕ ਇਹ ਵੀਡੀਓ ਪਹੁੰਚ ਸਕੇ। ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰਨਾ, ਕਿਉਂਕਿ ਬਹੁਤ ਸਾਰੀਆਂ ਚੀਜ਼ਾਂ ਅਸੀਂ ਇਹ ਐਵੇਂ ਹੀ ਸ਼ੇਅਰ ਕਰ ਦਿੰਦੇ ਹਾਂ। ਕਿਸੇ ਦੇ ਵੱਲੋਂ ਕੋਈ ਕਿਸੇ ਨੂੰ ਗਾਲ ਕੱਢੀ ਹੋਈ ਹੁੰਦੀ ਹੈ, ਕਿਸੇ ਦੇ ਵੱਲੋਂ ਕੋਈ ਮਾੜਾ ਸ਼ਬਦ ਕਿਸੇ ਨੂੰ ਕਿਹਾ ਹੁੰਦਾ ਹੈ, ਮੰਤਰੀਆਂ ਸੰਤਰੀਆਂ ਦੀਆਂ ਚੀਜ਼ਾਂ ਬਹੁਤ ਸਾਰੀਆਂ ਸ਼ੇਅਰ ਕਰਦੇ ਹਾਂ, ਪਰ ਲੋੜ ਹੈ ਅਜਿਹੇ ਵਿਅਕਤੀਆਂ ਦੀ ਚੀਜ਼ ਨੂੰ ਸ਼ੇਅਰ ਕਰਨਾ, ਅਜਿਹੇ ਵਿਅਕਤੀਆਂ ਦੀ ਸੋਚ ਨੂੰ ਸ਼ੇਅਰ ਕਰਨਾ। ਮੈਂ ਕਹਿ ਲਵਾਂ ਤਾਂ ਕੋਈ ਅਤਕਥਨੀ ਨਹੀਂ ਹੈ, ਕਿਉਂਕਿ ਅਜਿਹੀ ਸੋਚ ਜੇਕਰ ਸਾਡੇ ਸਮਾਜ ਦੇ ਵਿੱਚ ਹੈ, ਸਾਡੇ ਪੰਜਾਬ ਦੇ ਵਿੱਚ ਹੈ, ਦੇਵੀ ਦੇਵਤਿਆਂ ਦੀ, ਪੀਰਾਂ ਪੈਗੰਬਰਾਂ ਦੀ ਧਰਤੀ ਹੈ, ਜਿਨ੍ਹਾਂ ਦੇ ਵੱਲੋਂ ਹਮੇਸ਼ਾ ਕੁਝ ਦਿੱਤਾ ਹੀ ਗਿਆ। ਲੋਕਾਂ ਨੂੰ ਆਪਣੇ ਕੋਲ ਲੈਣ ਦੀ ਜਿਹੜੀ ਗੱਲ ਹੈ ਉਹਨਾਂ ਦੇ ਵੱਲੋਂ ਨਹੀਂ ਕੀਤੀ ਗਈ, ਸੇਵਾ ਭਾਵਨਾ ਦੀ ਗੱਲ ਜਿਵੇਂ ਸਰਦਾਰ ਸਾਹਿਬ ਦੇ ਵੱਲੋਂ ਕੀਤੀ ਗਈ ਹੈ, ਇਹਨਾਂ ਦੇ ਉੱਪਰ ਫੁੱਲ ਤੁਹਾਡੇ ਵੱਲੋਂ ਵੀ ਚੜਾਏ ਜਾਣ ਤਾਂ ਬਹੁਤ ਵਧੀਆ ਤਰੀਕੇ ਨਾਲ ਵਾਲੀ ਚੀਜ਼ ਹੋ ਸਕਦੀ ਹੈ। ਜਿਹੜੀਆਂ ਕੋਸ਼ਿਸ਼ਾਂ ਇਨਸਾਨ ਕਰਦਾ ਹੈ, ਕੋਸ਼ਿਸ਼ਾਂ ਬਹੁਤ ਵੱਡੇ ਪੱਧਰ ਦੇ ਉੱਤੇ ਅਸੀਂ ਸ਼ੁਰੂਆਤ ਕਰ ਲੈਂਦੇ ਹਾਂ, ਪਰ ਰਾਹ ਦੇ ਵਿੱਚ ਆ ਕੇ ਅਟਕਲਾਂ ਬਣਦੀਆਂ ਨੇ। ਜਿਵੇਂ ਤੁਸੀਂ ਕਿਹਾ ਕਿ ਤੁਹਾਡਾ ਵੀ ਕਈ ਵਾਰੀ ਹੋ ਜਾਂਦਾ ਹੈ ਕਿ ਲੋਕ ਤੁਹਾਨੂੰ ਬੁਰਾ ਭਲਾ ਵੀ ਕਹਿੰਦੇ ਨੇ ਜਾਂ ਕਹਿ ਦਿੰਦੇ ਨੇ ਕਿ ਸਰਦਾਰ ਸਾਹਿਬ ਆਪਣੇ ਕੰਮ ਨੂੰ ਨਿੱਜੀ ਨੂੰ ਛੱਡ ਕੇ ਇਹ ਕੰਮ ਕਰਦੇ ਨੇ। ਤੁਹਾਡੇ ਵੱਲੋਂ ਜਦੋਂ ਸ਼ੁਰੂਆਤ ਕੀਤੀ ਗਈ ਸੀ, ਸ਼ੁਰੂਆਤ ਤੋਂ ਲੈ ਕੇ ਹੁਣ ਤੱਕ ਕਿੰਨੀ ਕੁ ਜਿਹੜੀ ਤੁਸੀਂ ਗਿਣਤੀ ਦੇ ਵਿੱਚ ਦਰਖਤ ਲਗਾ ਚੁੱਕੇ ਹੋ, ਪੌਦੇ ਲਗਾ ਚੁੱਕੇ ਹੋ? ਇਹ ਸਰ ਜੀ ਅਣਗਿਣਤ ਬੂਟੇ ਲਾਏ, ਮੈਂ ਗਿਣ ਮਿਣ ਕੇ ਨਹੀਂ ਕੰਮ ਕਰਦਾ, ਕਿਉਂਕਿ ਖੁੱਲੀ ਸੇਵਾ ਲਾਈ ਹੈ ਜੀ। ਜਿੰਨੀ ਦੂਰ ਤੱਕ ਲਾ ਸਕਾਂ, ਜਦ ਤੱਕ ਹਿੰਮਤ ਹੈਗੀ ਆ ਲਾਉਂਦੇ ਰਹਿਣਾ ਜੀ। ਜਗ੍ਹਾ ਸਾਫ਼ ਕਰੀ ਜਾਣੀ ਆ, ਬੂਟੇ ਲਾਈ ਜਾਣੇ ਆ, ਪਾਲੀ ਜਾਣੇ ਆ। ਮੈਨੂੰ ਕੋਈ ਸਹਾਇਤਾ ਨਹੀਂ ਹੈਗੀ। 50 ਲੀਟਰ ਦਾ ਡਰਮ ਰੱਖਿਆ ਸਾਈਕਲ ਤੇ ਰੱਖ ਕੇ, ਉਹਦੇ ਨਾਲ ਹੀ ਪਾਣੀ ਪਾਈ ਜਾਈਦਾ ਗਾਂ ਗਾਂ। ਅੱਜ ਕੱਲ੍ਹ ਗਰਮੀਆਂ ਆ, 12-12 15-15 ਡਰਮ ਲੱਗ ਜਾਂਦੇ ਨੇ ਤੇ ਮੈਂ ਥੱਕ ਜਾਂਦਾ। ਪਰ ਇਹ ਕਿ ਜੇ ਗੌਰਮੈਂਟ ਵੱਲੋਂ ਕੋਈ ਹੈਲਪ ਹੋ ਜਾਵੇ ਤੇ ਮੈਨੂੰ ਵੀ ਕੋਈ ਸੁੱਖ ਦਾ ਸਾਹ ਮਿਲ ਜੇ। ਮੇਰੇ ਛੋਟੇ ਛੋਟੇ ਬੱਚੇ ਆ ਜੀ ਤੇ ਘਰ ਦਾ ਗੁਜ਼ਾਰਾ ਵੀ ਚਲਾਉਣਾ ਬੜਾ ਔਖਾ ਹੋਇਆ ਟਾਈਮ। ਪਰ ਇਹ ਇੱਕ ਸ਼ੌਂਕ ਹੀ ਇਹੋ ਜਿਹਾ ਜਾਗਿਆ ਕਿ ਇਹ ਮੈਂ ਛੱਡ ਨਹੀਂ ਸਕਦਾ, ਕਿਉਂਕਿ ਇਹ ਚੀਜ਼ ਦੀ ਬਹੁਤ ਜ਼ਿਆਦਾ ਲੋੜ ਆ। ਕੰਮ ਰਹਿੰਦਾ ਰਹਿ ਜੇ ਕੋਈ ਗੱਲ ਨਹੀਂ, ਪਰ ਇਹ ਬੂਟੇ ਲਾਣੇ ਨਹੀਂ ਛੱਡਣੇ ਜੀ। ਨਹੀਂ, ਉਮੀਦ ਦੇ ਉੱਤੇ ਦੁਨੀਆ ਕਾਇਮ ਹੈ। ਨਵੀਂ ਸਰਕਾਰ ਤੋਂ ਸਾਰਿਆਂ ਨੂੰ ਉਮੀਦਾਂ ਨੇ, ਉਮੀਦ ਤੁਸੀਂ ਵੀ ਰੱਖੀ ਹੋਈ ਹੈ, ਉਮੀਦ ਅਸੀਂ ਵੀ ਕਰਦੇ ਹਾਂ ਕਿ ਜਿਹੜਾ ਵੀ ਵਿਧਾਇਕ ਨੁਮਾਇੰਦਾ ਸਰਕਾਰ ਦੇ ਵਿੱਚੋਂ ਜਾਂ ਸਰਕਾਰ ਦੇ ਨਾਲ ਗੱਲਬਾਤ ਕਰਵਾ ਸਕਦਾ ਹੋਵੇ ਜਾਂ ਜਿਨ੍ਹਾਂ ਦੇ ਵੱਲੋਂ ਵਿੱਤੀ ਸਹਾਇਤਾ ਕਹਿ ਲਓ ਜਾਂ ਫਿਰ ਇਹਨਾਂ ਦੇ ਕੰਮਕਾਜ ਦੇ ਵਿੱਚ ਸੁਖਾਲਾਪਨ ਕਰ ਦਿੱਤਾ ਜਾਵੇ। ਜਿਵੇਂ ਇਹ ਸਾਈਕਲ ਦੇ ਉੱਤੇ ਡਰਮ ਲੈ ਕੇ ਇਹਨਾਂ ਦੇ ਵੱਲੋਂ ਰੋਜ਼ ਪਾਣੀ ਪਾਇਆ ਜਾਂਦਾ ਹੈ, 15 ਡਰਮ 50 ਲੀਟਰ ਦੇ, ਕਿ ਇਸ ਤਰੀਕੇ ਦੇ ਨਾਲ ਇਹਨਾਂ ਦੇ ਵੱਲੋਂ ਇਸ ਇਲਾਕੇ ਦੇ ਵਿੱਚ ਪੂਰਤੀ ਕੀਤੀ ਜਾਂਦੀ ਹੋਣੀ ਆ ਪਾਣੀ ਦੀ। ਤੁਸੀਂ ਸੋਚ ਵਿਚਾਰ ਕੇ ਕਰੋ
40 ਤੋਂ ਪਲੱਸ ਟੈਂਪਰੇਚਰ 40 ਤੋਂ ਪਲੱਸ ਡਿਗਰੀ ਟੈਂਪਰੇਚਰ ਹੋਵੇ ਉਸ ਗਰਮੀ ਦੇ ਵਿੱਚ ਇਹਨਾਂ ਵੱਲੋਂ ਪਾਣੀ ਦੀ ਸੇਵਾ ਕੀਤੀ ਜਾਂਦੀ ਹੋਵੇ, ਦਰਖਤਾਂ ਦੀ ਸੇਵਾ ਕੀਤੀ ਜਾਂਦੀ ਹੋਵੇ, ਕਿੰਨੀ ਵੱਡੀ ਗੱਲ ਹੈ। ਇਸ ਨੂੰ ਸੋਚ ਵਿਚਾਰ ਕਰਕੇ ਇੱਕ ਵਾਰ ਲੂੰ ਕੰਢੇ ਜ਼ਰੂਰ ਖੜੇ ਹੁੰਦੇ ਨੇ। ਸਰਦਾਰ ਸਾਹਿਬ ਤੁਹਾਡੀ ਕਾਰਗੁਜ਼ਾਰੀ ਨੂੰ ਲੋਕ ਅੱਛ ਵੀ ਕਹਿੰਦੇ ਨੇ, ਲੋਕ ਕਹਿੰਦੇ ਨੇ ਕਿ ਵਾਹੋ ਵਾਹੀ ਹੈ, ਬਹੁਤ ਵਧੀਆ ਤਰੀਕੇ ਦੀ ਤੁਸੀਂ ਕਾਰਗੁਜ਼ਾਰੀ ਕਰ ਰਹੇ ਹੋ। ਸਰਕਾਰ ਦੇ ਵੱਲੋਂ ਹਾਲਾਂਕਿ ਨਹੀਂ ਕੋਈ ਵੀ ਤੁਹਾਡੀ ਸਹਾਇਤਾ ਫਿਲਹਾਲ ਨਹੀਂ ਕੀਤੀ ਗਈ, ਉਮੀਦ ਕਰਦੇ ਹਾਂ ਆਉਣ ਵਾਲੇ ਦਿਨਾਂ ਦੇ ਵਿੱਚ ਤੁਹਾਡੇ ਤੱਕ ਇਹ ਪਹੁੰਚ ਕੀਤੀ ਜਾਵੇ। ਅਸੀਂ ਇਹ ਚੀਜ਼ ਜਾਣਨਾ ਚਾਹੁੰਦੇ ਹਾਂ ਪਰਿਵਾਰ ਦਾ ਕਿੰਨਾ ਕੁ ਸਹਿਯੋਗ ਹੈ। ਪਰਿਵਾਰ ਦੇ ਵੱਲੋਂ ਕਈ ਵਾਰੀ ਕਿਹਾ ਜਾਂਦਾ ਕਿ ਤੁਸੀਂ ਆਪਣੇ ਕੰਮ ਨੂੰ ਸੈਕਰੀਫਾਈਸ ਕਰਕੇ, ਆਪਣੇ ਕੰਮ ਦੇ ਨਾਲ ਸਮਝੌਤਾ ਕਰਕੇ ਤੁਸੀਂ ਪੌਦੇ ਲਾ ਰਹੇ ਹੋ ਤੇ ਘਰ ਦਾ ਗੁਜ਼ਾਰਾ ਬੜਾ ਮੁਸ਼ਕਲ ਦੇ ਨਾਲ ਚੱਲ ਰਿਹਾ। ਇਹਦੇ ਬਾਰੇ ਕੀ ਕਹਿਣਾ ਚਾਹੋਗੇ? ਉਹ ਇਹ ਸਰ ਜੀ ਇਦਾਂ ਨਾ ਮੁੱਢ ਤੋਂ ਹੀ ਆਪਾਂ ਗਰੀਬੀ ਨਾਲ ਲੜਦੇ ਆ ਰਹੇ ਹਾਂ। ਇਸ ਕਰਕੇ ਮੇਰਾ ਪਰਿਵਾਰ ਜਿਹੜਾ ਨਾ ਮੇਰੇ ਨਾਲ ਆ, ਉਹ ਮੈਨੂੰ ਪੂਰੀ ਸਪੋਰਟ ਕਰਦੇ ਨੇ। ਮੇਰੀ ਮਾਂ ਵੀ ਬਜ਼ੁਰਗ ਆ, ਤੁਰ ਫਿਰ ਨਹੀਂ ਸਕਦੇ, ਪਰ ਉਹ ਵੀ ਮੈਨੂੰ ਕਹਿੰਦੇ ਪੁੱਤ ਜ਼ਿਆਦਾ ਫਲਦਾਰ ਬੂਟੇ ਲਾਈ ਕਿ ਜਿਹੜਾ ਰਾਹ ਜਾਂਦਾ ਕੋਈ ਤੋੜ ਕੇ ਖਾ ਲਵੇ ਤੇ ਮੇਰੇ ਮਨ ਨੂੰ ਸ਼ਾਂਤੀ ਮਿਲੇ। ਤੇ ਮੈਂ ਫਲਦਾਰ ਬੂਟੇ ਬਹੁਤ ਲਾਏ ਆ, ਜਾਮਣ, ਅੰਬ, ਅਮਰੂਦ ਤੇ ਹੋਰ ਵੀ ਅਨਾਰ ਕਈ ਚੀਜ਼ਾਂ ਲਾਈਆਂ ਨੇ ਤੇ ਛਾਇਆਦਾਰ ਵੀ ਬਹੁਤ ਜ਼ਿਆਦਾ ਲਾਏ ਨੇ। ਤੇ ਮੇਰੇ ਬੱਚੇ ਵੀ ਮੇਰੇ ਨਾਲ ਆ ਜਾਂਦੇ ਨੇ, ਸੰਡੇ ਨੂੰ ਜ਼ਿਆਦਾਤਰ ਆਉਂਦੇ ਨੇ, ਉਹ ਵੀ ਆ ਕੇ ਕਾਫੀ ਹੈਲਪ ਕਰ ਜਾਂਦੇ ਮੇਰੀ ਸਾਫ ਸਫਾਈ ਦੇ ਵਿੱਚ, ਜਾਂ ਛੋਟੇ ਬੂਟਿਆਂ ਦੀ ਛਾਂਟੀ ਕਰਨੀ ਹੁੰਦੀ ਆ ਤੇ ਮੇਰੇ ਘਰ ਵਾਲੀ, ਮੇਰੇ ਬੱਚੇ ਮੇਰੇ ਨਾਲ ਆ ਜਾਂਦੇ ਨੇ ਤੇ ਉਹ ਮੇਰੀ ਕਾਫੀ ਹੈਲਪ ਕਰ ਜਾਂਦੇ ਨੇ। ਉਹਨਾਂ ਦਾ ਸਾਥ ਬਣਿਆ ਹੋਇਆ ਤੁਹਾਡੇ? ਹਾਂਜੀ। ਉਹ ਇਹ ਨਹੀਂ ਕਹਿੰਦੇ ਕਿ ਪਾਪਾ ਜੀ ਤੁਸੀਂ ਕਿਹੜੇ ਪਾਸੇ ਲੱਗੇ ਜਾਂ ਤੁਸੀਂ ਕੋਈ ਕਮਾ ਕੇ ਨਹੀਂ ਲਿਆਏ। ਮੇਰਾ ਪੂਰਾ ਪਰਿਵਾਰ ਕਹਿੰਦਾ ਕੋਈ ਗੱਲ ਨਹੀਂ, ਆਪਾਂ ਸੇਵਾ ਕਰਨੀ ਆ, ਰੁੱਖੀ ਮਿੱਸੀ ਜਿੱਦਾਂ ਮਿਲਦੀ ਹੈ ਉਹਨੇ 'ਚ ਗੁਜ਼ਾਰਾ ਕਰ ਲਾਂਗੇ, ਪਰ ਇਹ ਸੇਵਾ ਨਹੀਂ ਛੱਡਣੀ, ਸੇਵਾ ਵੱਧ ਚੜ ਕੇ ਕਰਨੀ ਹੈ। ਬਿਲਕੁਲ, ਸ਼ੁਰੂਆਤਾਂ ਜਿਹੜੀਆਂ ਚੰਗੀ ਸੋਚ ਦੀਆਂ ਹੁੰਦੀਆਂ ਨੇ, ਚੰਗੇ ਪਰਿਵਾਰ ਤੋਂ ਹੁੰਦੀਆਂ ਨੇ। ਚੰਗੇ ਪਰਿਵਾਰ ਦੇ ਵਿੱਚੋਂ ਚੰਗੇ ਇਨਸਾਨ ਦੀ ਉਤਪਤੀ ਹੁੰਦੀ ਹੈ, ਉਹਨਾਂ ਦੇ ਵੱਲੋਂ ਚੰਗੀ ਸੋਚ ਨੂੰ ਸਮਾਜ ਦੇ ਵਿੱਚ ਵੰਡਿਆ ਜਾਂਦਾ। ਤੇ ਜਿੱਥੇ ਸਰਦਾਰ ਸਾਹਿਬ ਤੁਸੀਂ ਗੱਲ ਕੀਤੀ ਹੈ ਕਿ ਤੁਹਾਡੇ ਵੱਲੋਂ ਕਮਾਇਆ ਕੁਝ ਨਹੀਂ ਜਾਂਦਾ, ਮੈਂ ਇਹ ਸਿੱਧੇ ਤੌਰ ਦੇ ਉੱਤੇ ਸਾਫ਼ ਸਪਸ਼ਟ ਕਹਿ ਦੇਣਾ ਚਾਹੁੰਦਾ, ਅੱਜ ਤੋਂ 50 ਸਾਲ ਬਾਅਦ, ਅੱਜ ਤੋਂ 100 ਸਾਲ ਬਾਅਦ ਜਿਹੜੀ ਤੁਸੀਂ ਕਮਾਈ ਕਰ ਚੱਲੇ ਹੋ, ਮੈਨੂੰ ਨਹੀਂ ਲੱਗਦਾ ਕੋਈ ਹੋਰ ਇਨਸਾਨ ਕਰੇਗਾ। ਜਾਂਦੇ ਲੋਕਾਂ ਨੂੰ ਇਹ ਜ਼ਰੂਰ ਸੁਨੇਹਾ ਇੱਕ ਦੇ ਦਿਓ ਆਪਣੇ ਲਫ਼ਜ਼ਾਂ ਦੇ ਵਿੱਚ ਕਿ ਤੁਸੀਂ ਕੀ ਸੋਚ ਵਿਚਾਰ ਕੇ ਕਿ ਇਸ ਚੀਜ਼ ਦੇ ਵੱਲ ਆਏ ਹੋ, ਕਿਸ ਤਰੀਕੇ ਦੇ ਨਾਲ ਤੁਸੀਂ ਇਹ ਸੇਵਾ ਨਿਭਾ ਰਹੇ ਹੋ, ਕਿਸ ਤਰੀਕੇ ਦੇ ਨਾਲ ਤੁਸੀਂ ਸੋਚਦੇ ਹੋ ਕਿ ਤੁਹਾਡੀ ਹੈਲਪ ਕਰ ਦਿੱਤੀ ਜਾਵੇ, ਜਾਂ ਫਿਰ ਤੁਹਾਡੇ ਕੋਲ ਦਰਖਤਾਂ ਦੀ ਜੇਕਰ ਕੋਈ ਸੇਵਾ ਕਰਨੀ ਚਾਹੁੰਦਾ ਹੋਵੇ, ਤੁਹਾਡੇ ਨਾਲ ਕੋਈ ਸੰਪਰਕ ਕਰਨਾ ਚਾਹੁੰਦੇ ਹੋਵੇ, ਆਪਣੇ ਮੋਬਾਈਲ ਨੰਬਰ ਵੀ ਜ਼ਰੂਰ ਸਾਂਝਾ ਕਰ ਦਿੱਤਾ ਜਾਵੇ। ਸਰ ਜੀ ਇਦਾਂ ਨਾ ਦਰਖਤ ਤੇ ਦੇਸੀ ਮੈਨੂੰ ਬਹੁਤ ਲੱਭ ਜਾਂਦੇ ਨੇ। ਮੈਂ ਆ ਦੇਖੋ ਕਿੰਨੇ ਲੱਭ ਕੇ ਲਿਆ ਕੇ ਰੱਖੇ ਹੋਏ ਨੇ। ਦਰਖਤਾਂ ਦੀ ਕੋਈ ਕਮੀ ਨਹੀਂ ਹੈਗੀ। ਕਮੀ ਆ ਤੇ ਆਰਥਿਕ ਮਦਦ ਦੀ, ਤੇ ਆਰਥਿਕ ਮਦਦ ਕੋਈ ਕਰਦਾ ਨਹੀਂਗਾ। ਤੇ ਕਈ ਵਿਚਾਰੇ ਮੇਰਾ ਮੋਬਾਈਲ ਨੰਬਰ ਵੀ ਮੰਗਦੇ ਸੀਗੇ ਤੇ ਮੈਂ ਉਹਨਾਂ ਨੂੰ ਆਪਣਾ ਮੋਬਾਈਲ ਨੰਬਰ ਵੀ ਦੇਣਾ ਚਾਹਾਂਗਾ। ਮੇਰਾ ਮੋਬਾਈਲ ਨੰਬਰ 98154 88492। ਪਰ ਇਹ ਆ ਕਿ ਲਾਲਚ ਵਿੱਚ ਨਹੀਂ ਹੈਲਪ ਕਰਨੀ, ਜੇ ਉਹ ਪੌਦਿਆਂ ਵਾਸਤੇ ਹੈਲਪ ਕਰਨੀ, ਜੇ ਸੇਵਾ ਦੇ ਹਿਸਾਬ ਨਾਲ ਹੈਲਪ ਕਰਨੀ ਜੇ ਤੇ 7 ਬਚਣੇ ਜੀ। ਕਿ ਮੈਂ ਕੋਈ ਇਹ ਨਹੀਂ ਕਿ ਮੈਂ ਪੈਸੇ ਕਮਾ ਕੇ ਸ਼ਾਹੂਕਾਰ ਬਣਨਾ, ਨਹੀਂ ਜੀ ਨਹੀਂ, ਮੈਂ ਇਹ ਸੇਵਾ ਹੀ ਕਰਨੀ ਆ ਤੇ ਸੇਵਾ ਹੀ ਕਮਾਉਣੀ ਆ। ਤੇ ਦਾਲ ਰੋਟੀ ਜਿਹੜੀ ਉਹ ਖਾਣੀ ਤੁਹਾਨੂੰ ਪਤਾ ਜੀ, ਕਿਉਂਕਿ ਜ਼ਿਆਦਾ ਵੱਡੇ ਸ਼ੌਂਕ ਆਪਣੇ ਹੈ ਨਹੀਂ। ਜਿਹੜੇ ਲੋਕ ਦਰਖਤ ਲਗਾ ਕੇ ਭੁੱਲ ਜਾਂਦੇ ਨੇ, ਜਿਹੜੇ ਲੋਕਾਂ ਦੇ ਵੱਲੋਂ ਸਿਰਫ ਫੋਟੋਆਂ ਖਿਚਾ ਕੇ ਸੋਸ਼ਲ ਮੀਡੀਆ ਦੇ ਉੱਤੇ ਅਪਲੋਡ ਕਰ ਦਿੱਤੀਆਂ ਜਾਂਦੀਆਂ ਨੇ, ਉਹਨਾਂ ਨੂੰ ਛੋਟੇ ਜਿਹੇ ਲਫ਼ਜ਼ਾਂ ਦੇ ਵਿੱਚ ਕੀ ਸੁਨੇਹਾ ਤੁਹਾਡਾ? ਇਹ ਜੀ ਬਹੁਤ ਵੱਡੀ ਗਲਤੀ ਆ, ਕਿਉਂਕਿ ਪੇੜ ਲਗਾ ਕੇ ਛੱਡ ਦੇਣੇ, ਉਹ ਜਦੋਂ ਧੁੱਪੇ ਛੱਡਦੇ ਨਾ ਦੇਖ ਕੇ ਬਰਦਾਸ਼ਤ ਨਹੀਂ ਹੁੰਦਾ। ਮੈਂ ਤਾਂ ਰਾਹ ਜਾਂਦੇ ਵੀ ਕਿਤੇ ਕੋਈ ਬੂਟਾ ਇਦਾਂ ਦਾ ਦਿਖਾ ਨਾ ਤੇ ਉਹਨੂੰ ਵੀ ਪਾਣੀ ਪਾ ਦਈਦਾ ਕਿ ਚਲੋ ਜੇ ਪਲ ਜਾਏਗਾ ਤਾਂ ਕੋਈ ਨਾ ਕੋਈ ਤੇ ਸਹਾਰਾ ਹੋਏਗਾ ਕਿਸੇ ਨੂੰ। ਤੇ ਜੇ ਉੱਥੇ ਜਗ੍ਹਾ ਨਾ ਸਹੀ ਹੋਵੇ ਤੇ ਫਿਰ ਮੈਂ ਆਪਣੇ ਏਰੀਏ 'ਚ ਲੈ ਆਉਣਾ, ਕਿਉਂਕਿ ਜਿੱਥੇ ਸਹੀ ਜਗ੍ਹਾ ਹੈਗੀ ਪਤਾ ਇੱਥੇ ਮੈਂ ਰੂਟੀਨ ਨਾਲ ਪਾਣੀ ਪਾਣਾ ਹੀ ਪਾਣਾ। ਮੈਂ ਬੂਟਾ ਖਰਾਬ ਨਹੀਂ ਹੋਣ ਦਿੰਦਾ ਕਿਤੇ ਵੀ। ਕਈ ਗਮਲੇ ਟੁੱਟੇ ਭੱਜੇ ਸੁੱਟ ਜਾਂਦੇ ਨਾ, ਬੂਟਾ ਖਰਾਬ ਸੁੱਕਣ ਨਹੀਂ ਦੇਈਦਾ ਉੱਤੇ ਜੀ ਨਾ, ਚੁੱਕ ਲਿਆਈਦਾ ਤੇ ਲਿਆ ਕੇ ਅੱਗੇ ਗਾਂ ਕਿਆਰੀ 'ਚ ਕਿਤੇ ਲਾ ਦਈਦਾ, ਫਿਰ ਉਹਦੀ ਸੇਵਾ ਸੰਭਾਲ ਵੀ ਕਰੀਦੀ ਆ। ਉਹ ਜਦੋਂ ਖਿੜ ਜਾਂਦਾ ਤੇ ਦੇਖ ਕੇ ਬੜੀ ਖੁਸ਼ੀ ਹੁੰਦੀ ਆ ਕਿ ਦਿਲੋਂ ਹੁਣ ਗਾਂ ਕਿਸੇ ਨਾ ਕਿਸੇ ਦੇ ਕੰਮ ਆਏਗਾ, ਵਾਤਾਵਰਨ ਸਾਫ਼ ਹੋਏਗਾ, ਹਵਾ ਪਾਣੀ ਤਾਜ਼ਾ ਹੋਏਗਾ। ਅੱਜ ਕੱਲ੍ਹ ਪਾਣੀ ਦੀ ਕਿੰਨੀ ਕਮੀ ਆ, ਪਾਣੀ ਦੀ ਬਹੁਤ ਵੱਡੀ ਕਮੀ ਹੈ ਦੇਖੋ। ਪਰ ਜੇ ਜਿੰਨੇ ਪੇੜ ਪੌਦੇ ਜ਼ਿਆਦਾ ਹੋਣਗੇ ਉਨਾ ਹੀ ਜੀਵ ਜੰਤ ਨੂੰ, ਜਨਸੰਖਿਆ ਨੂੰ ਸੁੱਖ ਦਾ ਸਾਹ ਮਿਲੇਗਾ ਜੀ। ਬਹੁਤ ਬਹੁਤ ਧੰਨਵਾਦ, ਤੁਸੀਂ ਆਪਣਾ ਕੀਮਤੀ ਸਮਾਂ ਕੱਢ ਕੇ ਸਾਡੇ ਨਾਲ ਜੁੜੇ ਹੋ। ਅਜਿਹੇ ਲੋਕਾਂ ਦੇ ਨਾਲ ਮੁਖਾਤਿਬ ਤੁਹਾਨੂੰ ਇਸੇ ਕਰਕੇ ਕਰਵਾਉਂਦੇ ਹਾਂ ਕਿਉਂਕਿ ਸਮਾਜ ਦੇ ਵਿੱਚ ਕੁਰੀਤੀਆਂ ਨੂੰ ਅਸੀਂ ਬਹੁਤ ਜਲਦ ਸ਼ੇਅਰ ਕਰ ਦਿੰਦੇ ਹਾਂ, ਬਹੁਤ ਜਲਦ ਅੱਗ ਦੇ ਤਰ੍ਹਾਂ ਅਸੀਂ ਵਾਇਰਲ ਕਰ ਦਿੰਦੇ ਹਾਂ। ਅਜਿਹੇ ਇਨਸਾਨਾਂ ਦੀਆਂ ਕੋਸ਼ਿਸ਼ਾਂ ਨੂੰ ਵੀ ਤੁਸੀਂ ਜੇਕਰ ਧਿਆਨ ਦੇ ਕੇ, ਤਵੱਜੋ ਦੇ ਕੇ ਅੱਗੇ ਆਪਣੇ ਦੋਸਤਾਂ ਮਿੱਤਰਾਂ ਦੇ ਨਾਲ, ਯਾਰਾਂ ਦੋਸਤਾਂ ਦੇ ਨਾਲ, ਆਪਣੇ ਸਾਕ ਸੰਬੰਧੀਆਂ ਦੇ ਨਾਲ ਸ਼ੇਅਰ ਕਰੋ, ਸਾਂਝਾ ਕਰੋ, ਤਾਂ ਹੋ ਸਕਦਾ ਕਿਸੇ ਦੇ ਮਨ ਦੇ ਵਿੱਚ ਅਜਿਹੀ ਉਤਪੰਤੀ ਹੋਵੇ, ਉਹ ਵੀ ਸੋਚਣ ਵਿਚਾਰਨ ਕਿ ਅਸੀਂ ਵਧੀਆ ਤਰੀਕੇ ਦੇ ਨਾਲ ਆਪਣੇ ਸਮਾਜ ਦੇ ਲਈ, ਆਪਣੇ ਵਾਤਾਵਰਣ ਦੇ ਲਈ, ਕੁਦਰਤ ਦੇ ਲਈ
ਕੁਝ ਕਦਮ ਅਜਿਹੇ ਪੁੱਟੀਏ, ਕੁਝ ਪਲਾਂਘਾਂ ਅਜਿਹੀਆਂ ਪੁੱਟੀਏ ਜਿਹੜੀਆਂ ਆਉਣ ਵਾਲੇ ਸਮੇਂ ਦੇ ਵਿੱਚ ਸਾਰਥਕ ਸਿੱਧ ਹੋ ਸਕਣ। ਹਮੇਸ਼ਾ ਅਜਿਹੀਆਂ ਕੋਸ਼ਿਸ਼ਾਂ ਕੀਤੀਆਂ ਨੇ ਕਿ ਅਜਿਹੇ ਲੋਕਾਂ ਦੇ ਨਾਲ ਤੁਹਾਨੂੰ ਮੁਖਾਤਬ ਕਰਦੇ ਰਹੀਏ ਤੇ ਮੁਖਾਤਬ ਆਉਣ ਵਾਲੇ ਸਮੇਂ ਦੇ ਵਿੱਚ ਵੀ ਤੁਹਾਡੇ ਨਾਲ ਅਜਿਹੇ ਚਿਹਰੇ ਹੁੰਦੇ ਰਹਿਣ। ਇਸ ਦੇ ਲਈ ਤੁਸੀਂ ਟੀਵੀ NRI ਦੇ ਨਾਲ ਜੁੜੇ ਰਹੋ ਤੇ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਕੇ ਆਪਣਾ ਇਨਸਾਨ ਹੋਣ ਦਾ, ਸੱਚੇ ਇਨਸਾਨ ਹੋਣ ਦਾ ਫਰਜ਼ ਜ਼ਰੂਰ ਅਦਾ ਕਰਨਾ, ਤਾਂ ਕਿ ਇਹ ਅਜਿਹੀ ਸੋਚ ਨੂੰ ਅੱਗੇ ਤੋਂ ਅੱਗੇ ਲੋਕਾਂ ਤੱਕ ਪਹੁੰਚਾਇਆ ਜਾ ਸਕੇ ਤੇ ਲੋਕਾਂ ਦੇ ਵੱਲੋਂ ਅਜਿਹੀਆਂ ਕਾਰਗੁਜ਼ਾਰੀਆਂ ਦੇ ਵਿੱਚ ਕੋਈ ਵੀ ਕਮੀ ਖਾਮੀ ਨਾ ਰੱਖੀ ਜਾਵੇ। ਕੈਮਰਾਮੈਨ ਲਕਸ਼ ਦੇ ਨਾਲ ਮੈਂ ਸੁਖਬੀਰ ਸਿੰਘ ਸ਼ੇਰਗਿੱਲ ਦਾ ਟੀਵੀ NRI। रूहानियत ਅਤੇ ਅਧਿਆਤਮਿਕਤਾ ਦੇ ਮਾਹਿਰ ਸੂਫੀ ਮਹਿਬੂਬ ਸ਼ਾਹ ਜੀ। रूहानी दरबार। कॉल नाउ 9818754460। ਕੀ ਤੁਸੀਂ ਹਰ ਪਾਸਿਓਂ ਨਿਰਾਸ਼ ਹੋ ਚੁੱਕੇ ਹੋ ਕਿ ਤੁਹਾਡਾ ਕੰਮ ਨਹੀਂ ਬਣ ਰਿਹਾ? ਚਿੰਤਾ ਨਾ ਕਰੋ, रूहानी विधि द्वारा A to Z ਸਮੱਸਿਆਵਾਂ ਦਾ ਤਤਕਾਲ ਹੱਲ ਘਰ ਬੈਠੇ 100% ਗਾਰੰਟਿਡ। ਹੁਣ ਫੋਨ ਜਾਂ WhatsApp ਕਰੋ ਅਤੇ ਪਾਓ ਆਪਣੀ ਸਮੱਸਿਆਵਾਂ ਦਾ ਹੱਲ 9818754460। ਪਿਆਰ 'ਚ ਧੋਖਾ ਖਾਏ ਪ੍ਰੇਮੀ ਪ੍ਰੇਮਿਕਾ ਨਿਰਾਸ਼ ਨਾ ਹੋ। ਪਿਆਰ 'ਚ ਆਪਣਾ ਬਣਾ ਕੇ ਛੱਡ ਜਾਣ ਵਾਲੇ ਨੂੰ 5 ਮਿੰਟ 'ਚ ਆਪਣੇ ਪੈਰਾਂ 'ਚ ਤੜਫਦਾ ਦੇਖੋ। ਸਮੱਸਿਆਵਾਂ ਤੁਹਾਡੀ, ਸਮਾਧਾਨ ਸਾਡਾ। ਇੱਧਰ ਉੱਧਰ ਨਾ ਭਟਕੋ। ਲਵ ਮੈਰਿਜ, ਵਿਆਹ 'ਚ ਰੁਕਾਵਟ, ਰਾਜ ਦਰਬਾਰ 'ਚ ਜਿੱਤ, ਵਸ਼ੀਕਰਨ, ਸੌਤਨ ਦੁਸ਼ਮਣ ਤੋਂ ਛੁਟਕਾਰਾ, ਪਤੀ ਪਤਨੀ ਦੇ ਝਗੜੇ, ਘਰੇਲੂ ਕਲੇਸ਼ ਕਲੇਸ਼, ਕੋਰਟ ਕਚਹਿਰੀ ਤੋਂ ਛੁਟਕਾਰਾ, ਉਪਰੀ ਹਵਾ, ਲਾਇਲਾਜ ਬਿਮਾਰੀ, ਕਿੱਤਾ ਕਿਰਾਇਆ, ਨੌਕਰੀ ਕਾਰੋਬਾਰ ਤੋਂ ਨਾਖੁਸ਼, ਬੱਚਿਆਂ ਦੀ ਜ਼ਿੱਦ, ਪੜ੍ਹਾਈ ਅਤੇ ਮਨਮਰਜ਼ੀਆਂ ਤੋਂ ਦੁਖੀ, ਵਿਦੇਸ਼ ਯਾਤਰਾ ਜਿਵੇਂ ਕਿ ਵੀਜ਼ਾ, ਪਿਆਰ 'ਚ ਰੁਕਾਵਟ, ਕਰਜ਼ੇ ਤੋਂ ਮੁਕਤੀ, ਲੋਟਰੀ ਨੰਬਰ, ਔਲਾਦ ਅਤੇ ਆਪਣੇ ਕੈਰੀਅਰ ਵਿੱਚ ਸਫਲਤਾ ਪ੍ਰਾਪਤੀ ਲਈ ਇੱਕ ਵਾਰ ਕਾਲ ਜਾਂ WhatsApp ਕਰੋ 9818754460। सूफी महबूब शाह। आध्यात्मिक ज्ञान दे माहिर कबीर खान। घर बैठे हर समस्या दा समाधान 100% ग्रंटेड करवाओ। एक फोन कॉल बदल सकती है तुहाडी जिंदगी। हर पासेओं निराश, एक बार जरूर कॉल करो। मनचाहा ते खोया प्यार पाओ, पति पत्नी दे विच अनबन, वशीकरण तुड़वाओ जा करवाओ, संतान सुख, नौकरी कारोबार, घरेलू क्लेश, कोर्ट कचहरी तो छुटकारा, विदेश यात्रा दे विच रुकावटां, अपने करियर दे विच सफलता प्राप्त करवा दी। कॉल और WhatsApp नाओ 9041669460। एक बार सेवा दा मौका दिओ, सब तो पहला काम करन दा वादा। विश्वास ही परमात्मा है। फोन या WhatsApp करो 9041669460।